ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮਾਈਸੈਲਫ ਨਵਦੀਪ ਸਿੰਘ ਫਰੋਮ ਲੈਕਚਰਰ ਸਿਵਲ ਇੰਜੀਨੀਅਰਿੰਗ ਫਰੋਮ ਸਤ ਬਾਬਾ ਅਤਰ ਸਿੰਘ ਗਵਰਨਮੈਂਟ ਪੋਲੀਟੈਕਨਿਕ ਕਾਲਜ ਪਟਵਰ ਬਰਨਾਲਾ। ਸੋਇਲ ਐਂਡ ਫਾਊਂਡੇਸ਼ਨ ਇੰਜੀਨੀਅਰਿੰਗ ਜੋ ਕਿ ਸਿਵਲ ਇੰਜੀਨੀਅਰਿੰਗ ਦੇ 5th ਸਮੈਸਟਰ ਦਾ ਇੱਕ ਕੋਰਸ ਹੈ, ਸਬਜੈਕਟ ਹੈ, ਉਸ ਦਾ ਆਪਾਂ ਅੱਜ ਫਸਟ ਚੈਪਟਰ ਜੋ ਕਿ ਇੰਟਰੋਡਕਸ਼ਨ ਆਫ ਸੋਇਲ ਐਂਡ ਫਾਊਂਡੇਸ਼ਨ ਇੰਜੀਨੀਅਰਿੰਗ ਕਰਾਂਗੇ। ਸੋ ਲੈਟਸ ਸਟਾਰਟ। ਡੈਫੀਨੇਸ਼ਨ ਕੀ ਹੈ ਸੋਇਲ ਮਕੈਨਿਕਸ ਦੀ? Soil mechanics may be defined as the branch of science which deals with the study of soil, its behavior and its application as an engineering material. ਇੱਕ ਇੰਜੀਨੀਅਰ ਦੇ ਪਰਪਸ ਤੋਂ, ਇੱਕ ਸਿਵਲ ਇੰਜੀਨੀਅਰ ਦੇ ਪਰਪਸ ਤੋਂ ਸੋਇਲ ਦੀ ਕੀ ਇੰਜੀਨੀਅਰਿੰਗ ਐਪਲੀਕੇਸ਼ਨ ਹੋ ਸਕਦੀ ਹੈ, ਉਸ ਨੂੰ ਆਪਾਂ ਕੀ ਕਹਿੰਦੇ ਹਾਂ? ਸੋਇਲ ਮਕੈਨਿਕਸ ਜਾਂ ਉਸ ਦੀ ਐਪਲੀਕੇਸ਼ਨ। ਫਾਦਰ ਆਫ ਸੋਇਲ ਮਕੈਨਿਕਸ ਡਾਕਟਰ ਕਾਰਲ ਟਰਜ਼ਾਗੀ ਬਹੁਤ ਇੰਪੋਰਟੈਂਟ ਹੈ। ਕਈ ਵਾਰ ਕਿਸੇ ਇੰਟਰਵਿਊ ਵਗੈਰਾ ਦੇ ਵਿੱਚ ਵੀ ਪੁੱਛ ਲਿਆ ਜਾਂਦਾ ਹੈ ਕਿ ਫਾਦਰ ਆਫ ਸੋਇਲ ਮਕੈਨਿਕਸ ਕਿਹਨੂੰ ਕਿਹਾ ਜਾਂਦਾ ਹੈ, ਤਾਂ ਆਪਾਂ ਆਨਸਰ ਦੇਣਾ ਹੈ ਡਾਕਟਰ ਕਾਰਲ ਟਰਜ਼ਾਗੀ। ਕਾਰਲ ਟਰਜ਼ਾਗੀ ਵਾਜ਼ ਦਾ ਫਾਦਰ ਆਫ ਸੋਇਲ ਮਕੈਨਿਕਸ। ਇੰਪੋਰਟੈਂਸ ਆਫ ਸੋਇਲ ਸਟੱਡੀਜ਼ ਇਨ ਸਿਵਲ ਇੰਜੀਨੀਅਰਿੰਗ। ਸਿਵਲ ਇੰਜੀਨੀਅਰਿੰਗ ਦੇ ਵਿੱਚ ਸੋਇਲ ਦਾ ਕਿਸ ਤਰੀਕੇ ਨਾਲ ਇਹਦੀ ਕੀ ਇੰਪੋਰਟੈਂਸ ਹੈ? ਐਵਰੀ ਸਟਰਕਚਰ, ਕੋਈ ਵੀ ਇਹੋ ਸਟਰਕਚਰ ਹੈ, ਵੈਦਰ ਇਟ ਇਜ਼ ਅ ਬਿਲਡਿੰਗ, ਅ ਬ੍ਰਿਜ, ਅ ਡੈਮ, ਅ ਪੇਵਮੈਂਟ ਔਰ ਅ ਰਿਜ਼ਰਵਾਇਰ ਐਟਸੈਟਰਾ ਮਸਟ ਬੀ ਫਾਊਂਡਡ ਔਨ ਅ ਸੋਇਲ। ਕੋਈ ਵੀ ਇਹੋ ਜਿਹੀ ਬਿਲਡਿੰਗ ਹੈ, ਬ੍ਰਿਜ ਹੈ, ਡੈਮ ਹੈ, ਪੇਵਮੈਂਟ ਹੈ, ਰਿਜ਼ਰਵਾਇਰ ਹੈ, ਇਹ ਸਾਰਾ ਕੁਝ ਕਿਸੇ ਸੋਇਲ ਦੇ ਉੱਪਰ ਹੀ ਬਣੂਗਾ। ਇਸ ਨੂੰ ਹਵਾ ਵਿੱਚ ਨਹੀਂ ਬਣਾਇਆ ਜਾ ਸਕਦਾ, ਸੋਇਲ ਦੇ ਉੱਪਰ ਹੀ ਬਣੂਗਾ। The choice of safe, economic and stable foundation is one of the first problems in any construction project. ਕਿਸੇ ਵੀ ਕੰਸਟਰਕਸ਼ਨ ਪ੍ਰੋਜੈਕਟ ਦੇ ਵਿੱਚ ਸਭ ਤੋਂ ਪਹਿਲਾ ਚੀਜ਼ ਜਿਹਦੇ ਵਿੱਚ ਆਪਾਂ ਧਿਆਨ ਦੇਣਾ ਹੁੰਦਾ ਹੈ, ਦੈਟ ਇਜ਼ ਦ ਫਾਊਂਡੇਸ਼ਨ ਆਫ ਦ ਪ੍ਰੋਜੈਕਟ। ਕਿਸੇ ਵੀ ਬਿਲਡਿੰਗ ਦੀ ਫਾਊਂਡੇਸ਼ਨ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ। Since most of the structures rest on soil, the role of soil as a foundation material and as a construction material has always been on the outstanding importance. The fundamental role of soil in soil mechanics can be discussed. ਆਪਾਂ ਦੋ ਤਰੀਕੇ ਨਾਲ soil ਦੀ classification ਕਰ ਸਕਦੇ ਹਾਂ। ਪਹਿਲੀ ਚੀਜ਼ ਹੈਗੀ soil as a foundation material, second is as a construction material. So ਦੋਨੋਂ ਨੂੰ ਆਪਾਂ ਅਲੱਗ-ਅਲੱਗ ਪੜ੍ਹਦੇ ਹਾਂ। First is application of soil as a foundation material. Foundation material ਦੇ ਵਿੱਚ ਇਹਦੀ ਕੀ applications ਹੈਗੀਆਂ ਨੇ soil ਦੀਆਂ? First is buildings. The foundation of all types of buildings are supported on soil. ਕੋਈ ਵੀ ਬਿਲਡਿੰਗ ਹੈ, ਉਸ ਬਿਲਡਿੰਗ ਦੀ ਜਿਹੜੀ ਫਾਊਂਡੇਸ਼ਨ ਹੈ, ਉਹ ਸਾਰੇ ਦੀ ਸਾਰੀ ਫਾਊਂਡੇਸ਼ਨ ਜਿਹੜੀ ਹੈ ਉਹ ਸੋਇਲ ਦੇ ਉੱਪਰ ਹੀ ਆਊਗੀ। ਸੋ ਇੱਕ ਕੋਈ ਵੀ ਚਾਹੇ ਉਹ ਆਈਡੀਅਲ ਫਾਊਂਡੇਸ਼ਨ, ਜੇ ਸੈਂਡਸ, ਗ੍ਰੇਵਲ ਹੈ, ਸਟਿਫ ਕਲੇਜ਼ ਐਟਸੈਟਰਾ, ਅਲੱਗ-ਅਲੱਗ ਤਰ੍ਹਾਂ ਦੀ ਮਿੱਟੀ ਹੈਗੀ ਹੈ, ਉਸ ਦੇ ਅਕੋਰਡਿੰਗ ਹੀ ਆਪਾਂ ਕੋਈ ਵੀ ਬਿਲਡਿੰਗ ਦੀ ਫਾਊਂਡੇਸ਼ਨ ਤਿਆਰ ਕਰਾਂਗੇ। ਸੋ ਦੈਟ ਇਜ਼ ਆਲਸੋ ਅ ਪਾਰਟ। ਰੋਡਸ ਦੀ ਕੰਸਟਰਕਸ਼ਨ ਦੇ ਵਿੱਚ ਕੋਈ ਵੀ ਰੋਡ ਹੈ, ਉਸ ਰੋਡ ਦੀ ਇੱਕ ਨੀਚੇ ਇੱਕ ਸਬ ਬੇਸ, ਇੱਕ ਫਾਊਂਡੇਸ਼ਨ ਤਿਆਰ ਹੋਣੀ ਬਹੁਤ ਜ਼ਰੂਰੀ ਹੈ, ਤਾਂ ਹੀ ਰੋਡ ਉੱਪਰ ਸਸਟੇਨ ਕਰ ਪਾਓਗੇ ਜਿਹੜੇ ਕਿ ਵਹੀਕਲਸ ਉਸਦੇ ਉੱਪਰ ਲੋਡਸ ਲਗਾਉਣ। ਸੋ ਇੱਕ ਫਾਊਂਡੇਸ਼ਨ, ਰੋਡ ਫਾਊਂਡੇਸ਼ਨ ਜਿਹਨੂੰ ਕਿ ਐਮਬੈਂਕਮੈਂਟ ਵੀ ਆਪਾਂ ਤਿਆਰ ਕਰਦੇ ਹੁੰਦੇ ਹਾਂ, ਤਾਂ ਉਹ ਵੀ ਸੋਇਲ ਦੀ ਹੀ ਬਣਦੀ ਹੈ, ਤਾਂ ਉਸ ਦੇ ਵਿੱਚ ਵੀ ਇਸਦੀ ਕਾਫੀ ਇੰਪੋਰਟੈਂਸ ਆਉਂਦੀ ਹੈ। ਜਿਵੇਂ ਕਿ ਆਪਾਂ ਇੱਕ ਫਿਗਰ ਦੇ ਵਿੱਚ ਦੇਖ ਸਕਦੇ ਹਾਂ, ਇਸ ਫਿਗਰ ਦੇ ਵਿੱਚ ਇੱਕ ਸੋਇਲ ਸਬਗ੍ਰੇਡ ਚੀਜ਼ ਹੈ। ਸੋਇਲ ਸਬਗ੍ਰੇਡ ਜੋ ਕਿ ਸਭ ਤੋਂ ਨੀਚੇ ਹੈ, ਦੈਟ ਇਜ਼ ਆਲ ਮੇਡ ਆਫ ਸੋਇਲ। ਸੋਇਲ ਦੇ ਨਾਲ ਹੀ ਬਣਦਾ ਹੈ, ਸੋਇਲ ਦੇ ਨਾਲ ਹੀ ਸਟੇਬਲ ਹੁੰਦਾ ਹੈ। ਜੇ ਸੋਇਲ ਸਬਗ੍ਰੇਡ ਸਟੇਬਲ ਹੋਊਗਾ ਤਾਂ ਉਸ ਦੇ ਉੱਪਰ ਜਿਹੜੇ ਆਪਾਂ ਸੜਕ ਬਣਾਈ ਜਾਊਗੀ, ਜਿਸ ਦੇ ਸੜਕ ਦੇ ਵਿੱਚ ਆਪਾਂ ਅਲੱਗ-ਅਲੱਗ ਲੇਅਰਸ ਹੈਗੇ ਨੇ, ਜਿਵੇਂ ਕਿ ਸਬ ਬੇਸ ਕੋਰਸ ਜਾਂ ਸਰਫੇਸ ਕੋਰਸ ਹੈ, ਇਹ ਤਾਂ ਹੀ ਸਟੇਬਲ ਰਹਿ ਸਕਣਗੇ ਜੇ ਇਸ ਦੇ ਨੀਚੇ ਵਾਲੀ ਸਬਗ੍ਰੇਡ ਜਾਂ ਸੋਇਲ ਸਟੇਬਲ ਹੈ। ਸੋ ਸੋਇਲ ਜਿਹੜਾ ਹੈ ਇੱਕ ਰੋਡ ਦੀ ਕੰਸਟਰਕਸ਼ਨ ਦੇ ਵਿੱਚ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਐਜ਼ ਅ ਫਾਊਂਡੇਸ਼ਨ ਮਟੀਰੀਅਲ। ਨੈਕਸਟ ਇਜ਼ ਅਦਰ ਸਟਰਕਚਰਸ। ਇਹਨਾਂ ਤੋਂ ਇਲਾਵਾ ਜਿਹੜੇ ਹੋਰ ਸਟਰਕਚਰਸ ਆਪਾਂ ਬਣਾਉਣੇ ਆ, ਡੈਮ ਬਣਾਉਣਾ, ਬ੍ਰਿਜ ਬਣਾਉਣਾ, ਕਲਵਰਟਸ ਬਣਾਉਂਦੇ, ਓਵਰਹੈਡ ਵਾਟਰ ਟੈਂਕਸ ਐਕਸੈਟਰਾ, ਇਹਨਾਂ ਜੋ ਵੀ ਕੰਸਟਰਕਸ਼ਨ ਕਰਨੀ ਹੈ, ਇਹਨਾਂ ਸਭ ਦੀ ਫਾਊਂਡੇਸ਼ਨ ਸੋਇਲ ਦੇ ਵਿੱਚ ਹੀ ਆਊਗੀ। ਜਿਸ ਤਰੀਕੇ ਦੀ ਸੋਇਲ ਹੋਊਗੀ ਉਸੇ ਤਰੀਕੇ ਦੀ ਫਾਊਂਡੇਸ਼ਨ ਆਪਾਂ ਡਿਜ਼ਾਈਨ ਕਰਾਂਗੇ। ਹਰ ਇੱਕ ਸੋਇਲ, ਡਿਫਰੈਂਟ ਸੋਇਲ ਲਈ ਹਰ ਇੱਕ ਡਿਫਰੈਂਟ ਤਰੀਕੇ ਦੀ ਫਾਊਂਡੇਸ਼ਨ ਆਪਾਂ ਬਣਾਉਣੀ ਹੈ। ਕਿਹੜੀ ਫਾਊਂਡੇਸ਼ਨ ਕਿਹੜੀ ਸੋਇਲ ਦੇ ਵਿੱਚ ਕਿਵੇਂ ਬਣਨੀ ਹੈ, ਇਹ ਸਾਰਾ ਕੁਝ ਆਪਾਂ ਸਬਜੈਕਟ ਦੇ ਵਿੱਚ ਅੱਗੇ ਜਿਵੇਂ ਚੈਪਟਰ ਜਾਵਾਂਗੇ ਤਾਂ ਡਿਟੇਲ ਦੇ ਵਿੱਚ ਸਾਰਾ ਕੁਝ ਪੜ੍ਹਾਵਾਂਗੇ। ਨੈਕਸਟ ਇਜ਼ ਐਪਲੀਕੇਸ਼ਨ ਆਫ ਸੋਇਲ ਐਜ਼ ਅ ਕੰਸਟਰਕਸ਼ਨ ਮਟੀਰੀਅਲ। ਪਹਿਲਾਂ ਆਪਾਂ ਜੋ ਗੱਲ ਕਰ ਰਹੇ ਸੀਗੇ ਮਿੱਟੀ ਦੀ ਐਪਲੀਕੇਸ਼ਨ, ਸੋਇਲ ਦੀ ਐਪਲੀਕੇਸ਼ਨ, ਦੈਟ ਵਾਜ਼ ਐਜ਼ ਅ ਫਾਊਂਡੇਸ਼ਨ ਮਟੀਰੀਅਲ। ਹੁਣ ਆਪਾਂ ਕੀ ਕਰ ਰਹੇ ਹਾਂ? ਐਜ਼ ਅ ਕੰਸਟਰਕਸ਼ਨ ਮਟੀਰੀਅਲ। ਕੰਸਟਰਕਸ਼ਨ ਦੇ ਵਿੱਚ ਮਿੱਟੀ ਦੀ ਕਿੱਥੇ ਰੋਲ ਆਉਂਦੀ ਹੈ? ਤਾਂ ਸਭ ਤੋਂ ਪਹਿਲਾ ਰੋਲ ਜਿਹੜਾ ਆਉਂਦਾ ਹੈਗਾ, ਦੈਟ ਇਜ਼ ਅਰਦਨ ਡੈਮਸ। ਅਰਦਨ ਡੈਮਸ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਨਹੀਂ ਬਣਾਏ ਜਾਂਦੇ, ਪਹਿਲਾਂ ਬਣਾਏ ਜਾਂਦੇ ਹੁੰਦੇ ਸੀ, ਇੰਪੋਰਟੈਂਟ ਹੈ। ਅਰਦਨ ਡੈਮਸ ਕੀ ਹੈ? ਅਰਦਨ ਡੈਮਸ ਆਰ ਹਿਊਜ ਸਟਰਕਚਰਸ in which soil is used as a construction material. ਮਿੱਟੀ ਦੇ ਨਾਲ ਹੀ ਪੂਰੇ ਦਾ ਪੂਰਾ ਡੈਮ ਬਣਾਇਆ ਜਾਂਦਾ ਸੀ ਪਹਿਲਾਂ ਟਾਈਮਸ। ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇਸ ਨੂੰ ਰਿਪਲੇਸ ਕਰ ਦਿੱਤਾ ਗਿਆ ਹੈ ਕੰਕਰੀਟ ਦੇ ਡੈਮਸ ਦੇ ਨਾਲ।
ਅੱਜਕੱਲ ਜਿੰਨੇ ਵੀ ਡੈਮਸ ਬਣਦੇ ਨੇ ਉਹ ਕੰਕਰੀਟ ਦੇ ਡੈਮਸ ਬਣਦੇ ਨੇ ਬਿਕੋਜ਼ ਉਹ ਜ਼ਿਆਦਾ ਸਟੇਬਲ ਹੁੰਦੇ ਨੇ, ਜ਼ਿਆਦਾ ਡਿਊਰੇਬਲ ਹੁੰਦੇ ਨੇ, ਜ਼ਿਆਦਾ ਟਾਈਮ ਲਈ ਹੁੰਦੇ ਨੇ। ਬਟ ਉਸ ਤੋਂ ਪਹਿਲਾਂ ਅਰਦਨ ਡੈਮਸ ਬਣਾਏ ਜਾਂਦੇ ਸੀ, ਮਿੱਟੀ ਦੇ ਡੈਮਸ ਹੁੰਦੇ ਸੀ। ਮਿੱਟੀ ਨੂੰ ਆਪਾਂ ਕੰਪੈਕਟ ਕਰ ਕਰਕੇ ਉਸਦੇ ਇੱਕ ਐਮਬੈਂਕਮੈਂਟ ਬਣਾ ਦਿੰਦੇ ਸੀ, ਜੋ ਐਮਬੈਂਕਮੈਂਟ ਕੀ ਪਾਣੀ ਨੂੰ ਰੋਕ ਲੈਂਦਾ ਸੀ ਇੱਕ ਜਗ੍ਹਾ 'ਤੇ, ਤਾਂ ਉਸਨੂੰ ਇੱਕ ਰਿਜ਼ਰਵਾਇਰ ਟਾਈਪ ਬਣ ਜਾਂਦਾ ਸੀ। ਤਾਂ ਉਸ ਰਿਜ਼ਰਵਾਇਰ ਦੇ ਪਾਣੀ ਨੂੰ ਆਪਾਂ ਆਪਣੀ ਕਨਵੀਨੀਅੰਸ ਦੇ ਅਕੋਰਡਿੰਗਲੀ ਅਲੱਗ-ਅਲੱਗ ਤਰੀਕੇ ਨਾਲ ਯੂਜ਼ ਕਰਦੇ ਰਹਿੰਦੇ ਸੀ। ਸੋ ਅਰਦਨ ਡੈਮ ਦਾ ਜਿਵੇਂ ਕਿ ਤੁਸੀਂ ਇੱਕ ਸਟਰਕਚਰ ਦੇਖ ਰਹੇ ਹੈਗੇ ਹੋ, ਅਰਦਨ ਡੈਮ ਦਾ ਇੱਕ ਸਟਰਕਚਰ ਹੈ ਆਹ ਵਾਲਾ। ਇਸ ਸਟਰਕਚਰ ਦੇ ਵਿੱਚ ਇੱਕ ਮੇਨ ਕੋਰ ਹੈ ਜੋ ਕਿ ਇੰਪਰਵੀਅਸ ਹੈ। ਇੰਪਰਵੀਅਸ ਦਾ ਮਤਲਬ ਇਹ ਹੈ ਕਿ ਇਸ ਦੇ ਵਿੱਚੋਂ ਦੀ ਪਾਣੀ ਨੂੰ ਪਾਸ ਨਹੀਂ ਹੋਣ ਦਿੰਦਾ ਹੈਗਾ, ਪਰ ਇਹ ਪਰਮਿਟ ਨਹੀਂ ਕਰ ਰਿਹਾ ਹੈਗਾ ਪਾਣੀ ਨੂੰ ਕ੍ਰਾਸ ਹੋਣ ਦੇ। ਉਸ ਤੋਂ ਇਲਾਵਾ ਜਿਹੜਾ ਪਰਵੀਅਸ ਗ੍ਰੈਵਲ ਬੈਡਸ ਇਸ ਦੇ ਪਹਿਲਾਂ ਅਤੇ ਇਸ ਦੇ ਬਾਅਦ 'ਚ ਇੱਕ ਫਿਲਟਰ ਲਗਾਇਆ ਗਿਆ ਹੈ, ਜੋ ਕਿ ਆਪਾਂ ਡਿਟੇਲ ਜਿਹੜੀ ਹੈ ਇੱਕ ਅਰਦਨ ਡੈਮ ਦੀ, ਇਹ ਇੱਕ ਇਰੀਗੇਸ਼ਨ ਇੰਜੀਨੀਅਰਿੰਗ ਜਿਹੜਾ ਸਬਜੈਕਟ ਹੈਗਾ ਉਸ ਦੇ ਵਿੱਚ ਵੀ ਪੜ੍ਹੀ ਹੈ, ਅਤੇ ਜਾਂ ਫਿਰ ਇਸੇ ਸਬਜੈਕਟ ਦੇ ਵਿੱਚ ਵੀ ਅੱਗੇ ਜਾ ਕੇ ਅਰਦਨ ਡੈਮ ਦੀ ਡਿਟੇਲਸ ਜੋ ਹੈ ਉਹ ਪੜ੍ਹਾਂਗੇ। ਸੋ ਅਰਦਨ ਡੈਮ ਦੀ ਕੰਸਟਰਕਸ਼ਨ ਦੇ ਵਿੱਚ ਵੀ ਮਿੱਟੀ ਨੂੰ ਯੂਜ਼ ਹੁੰਦਾ ਹੈ। ਨੈਕਸਟ ਇਜ਼ ਬ੍ਰਿਕਸ। ਜਿੰਨੀਆਂ ਵੀ ਇੱਟਾਂ ਬਣਦੀਆਂ ਨੇ, ਜਿਵੇਂ ਤੁਸੀਂ ਦੇਖਿਆ ਹੋਣਾ ਕਿ ਇੱਟਾਂ ਜਿਹੜੀਆਂ ਹੈਗੀਆਂ ਨੇ ਇੱਕ ਕੰਸਟਰਕਸ਼ਨ ਮਟੀਰੀਅਲ ਸਬਜੈਕਟ ਦੇ ਵਿੱਚ ਤੁਹਾਨੂੰ ਬ੍ਰਿਕਸ ਦੀ ਕੰਸਟਰਕਸ਼ਨ ਬਾਰੇ ਪੜ੍ਹਾਇਆ ਜਾਊਗਾ। ਤਾਂ ਇੱਟਾਂ ਦੇ ਵਿੱਚ ਵੀ ਜਿਹੜਾ ਮੇਨ ਇਨਗਰੀਡੀਅੰਟ ਹੁੰਦਾ ਹੈ ਦੈਟ ਇਜ਼ ਅ ਸੋਇਲ। ਉਸ ਕਿਹੜੀ ਸੋਇਲ ਨੂੰ ਕਿਸ ਤਰੀਕੇ ਦੀ ਆਪਾਂ ਮਿਕਸਚਰ ਦੇ ਵਿੱਚ ਬਣਾ ਕੇ ਅਤੇ ਉਸਨੂੰ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਕਿਲਨਸ ਦੇ ਵਿੱਚ ਜਾ ਕੇ ਉਸਨੂੰ ਗਰਮ ਕਰਕੇ ਉਸਨੂੰ ਭੱਠੀ ਦੇ ਵਿੱਚ ਪਕਾ ਕੇ ਇੱਟਾਂ ਬਣਦੀਆਂ ਨੇ। ਤਾਂ ਇੱਟਾਂ ਦਾ ਵੀ ਜਿਹੜਾ ਮੇਨ ਇਨਗਰੀਡੀਅੰਟ ਹੁੰਦਾ ਹੈ ਦੈਟ ਇਜ਼ ਆਲਸੋ ਸੋਇਲ। ਅੱਗੇ ਐਮਬੈਂਕਮੈਂਟਸ ਆਉਂਦੇ ਨੇ, ਜਿਹੜੇ ਐਮਬੈਂਕਮੈਂਟਸ ਜਿਵੇਂ ਕਿ ਪਹਿਲਾਂ ਵੀ ਆਪਾਂ ਗੱਲ ਕੀਤੀ ਹੈ ਸੜਕ ਦੀ, ਜਿਹੜੇ ਐਮਬੈਂਕਮੈਂਟਸ ਹੁੰਦੇ ਨੇ ਉਹ ਐਮਬੈਂਕਮੈਂਟ ਵੀ ਜੇ ਆਪਾਂ ਬਣਾਉਣੇ ਹੈਗੇ ਨੇ ਨਾਰਮਲੀ ਤਾਂ ਉਹ ਵੀ ਮਿੱਟੀ ਦੇ ਹੀ ਬਣਦੇ ਨੇ। ਅਤੇ ਅਦਰ ਸਟਰਕਚਰ ਜਿਵੇਂ ਕਿ ਕੋਈ ਰਿਟੇਨਿੰਗ ਵਾਲ ਹੈ ਜਾਂ ਹੋਰ ਹੈ ਉਹਦੇ ਲਈ। ਨੈਕਸਟ ਇਜ਼ ਜਿਹੜੀ ਆਪਣੇ ਲਈ ਕੀ ਇੰਪੋਰਟੈਂਟ ਹੈ, ਕਲਾਸੀਫਿਕੇਸ਼ਨਸ ਇੱਕ ਅਲੱਗ-ਅਲੱਗ ਤਰੀਕੇ, ਕਿਉਂਕਿ ਮਿੱਟੀ ਇੱਕ ਬਹੁਤ ਵਾਈਡ ਸਬਜੈਕਟ ਹੈ ਜਿਹੜੇ ਕਿ ਸਾਇੰਟਿਸਟ ਆਪਣੇ ਤਰੀਕੇ ਨਾਲ ਪੜ੍ਹਦੇ ਨੇ, ਸੋਇਲ ਇੰਜੀਨੀਅਰਸ ਆਪਣੇ ਤਰੀਕੇ ਨਾਲ ਪੜ੍ਹਦੇ ਨੇ। ਐਜ਼ ਅ ਸਿਵਲ ਇੰਜੀਨੀਅਰ ਉਹਦੇ ਇੰਜੀਨੀਅਰਿੰਗ ਆਸਪੈਕਟ ਦੇ ਹਿਸਾਬ ਦੇ ਨਾਲ ਆਪਾਂ ਨੇ ਕੀ ਕਲਾਸੀਫਿਕੇਸ਼ਨ ਕਰਨੀ ਹੈ ਅਤੇ ਆਪਾਂ ਨੂੰ ਕਿਸ ਤਰੀਕੇ ਨਾਲ ਉਸਦੀ ਜ਼ਰੂਰਤ ਹੈ ਆਪਾਂ ਉਹ ਰੀਡ ਕਰਾਂਗੇ। ਸੋ ਇੰਜੀਨੀਅਰਿੰਗ ਕਲਾਸੀਫਿਕੇਸ਼ਨ ਆਫ ਸੋਇਲ। ਇੰਜੀਨੀਅਰਿੰਗ ਕਲਾਸੀਫਿਕੇਸ਼ਨ ਦੇ ਵਿੱਚ ਮੇਨ ਦੋ ਹੁੰਦੇ ਨੇ। ਇਸ ਨੂੰ ਆਪਾਂ ਤਿੰਨ ਤਰੀਕੇ ਨਾਲ ਡਿਵਾਈਡ ਕਰਦੇ ਹਾਂ, ਪਰ ਤਿੰਨ ਦੇ ਵਿੱਚੋਂ ਮੇਨ ਦੋ ਤਰੀਕੇ ਨਾਲ ਹੀ ਆਪਾਂ ਡੀਲ ਕਰਾਂਗੇ। ਫਸਟ ਇਜ਼ ਕੋਰਸ ਗ੍ਰੇਨ ਸੋਇਲ ਔਰ ਗ੍ਰੈਨੂਲਰ ਸੋਇਲ। ਕੋਰਸ ਗ੍ਰੇਨ ਸੋਇਲ ਔਰ ਗ੍ਰੈਨੂਲਰ ਸੋਇਲ। ਸੈਕੰਡ ਇਜ਼ ਫਾਈਨ ਗ੍ਰੇਨ ਸੋਇਲ ਔਰ ਕੋਹੈਸਿਵ ਸੋਇਲ। ਥਰਡ ਇਜ਼ ਆਰਗੈਨਿਕ ਸੋਇਲ। ਇਹ ਤਿੰਨੋਂ ਕੀ ਹੁੰਦੇ ਨੇ ਇਹਨਾਂ ਨੂੰ ਆਪਾਂ ਆਪ ਪੜ੍ਹਦੇ ਹਾਂ। ਫਸਟ ਇਜ਼ ਕੋਰਸ ਗ੍ਰੇਨ ਸੋਇਲ। ਕੋਰਸ ਦਾ ਮਤਲਬ ਹੁੰਦਾ ਹੈ ਖੁਰਦਰਾ। ਕੋਰਸ ਗ੍ਰੇਨ ਸੋਇਲ ਮਤਲਬ ਗ੍ਰੇਨੀ ਸੋਇਲ ਬਣਦਾ ਹੈ, ਤਾਂ ਉਸ ਨੂੰ ਆਪਾਂ ਕੀ ਕਹਿੰਦੇ ਕੋਰਸ ਗ੍ਰੇਨ ਸੋਇਲ। ਤਾਂ ਸੋਇਲ ਵਿੱਚ ਕੰਸਿਸਟ ਆਫ ਕੋਰਸਰ ਸਾਈਜ਼ ਪਾਰਟੀਕਲਸ, ਥੋੜਾ ਸਾਈਜ਼ ਵੱਡਾ ਹੁੰਦਾ ਹੈ, ਔਰ ਕੋਰਸਰ ਗ੍ਰੇਨਸ ਇਜ਼ ਟਰਮਡ ਐਜ਼ ਕੋਰਸ ਗ੍ਰੇਨਡ ਸੋਇਲ। ਇਟ ਇਜ਼ ਆਲਸੋ ਨੋਨ ਐਜ਼ ਕੋਹੈਸ਼ਨਲੈਸ ਸੋਇਲ। ਕੋਹੈਸ਼ਨਲੈਸ ਦਾ ਮਤਲਬ ਇਹ ਹੈ ਵੀ ਉਹ ਸੋਇਲ ਦੇ ਜਿਹੜੇ ਪਾਰਟੀਕਲਸ ਨੇ ਆਪਸ ਦੇ ਵਿੱਚ ਨਹੀਂ ਜੁੜਦੇ, ਉਹ ਆਪਸ ਵਿੱਚ ਇੰਡੀਪੈਂਡੈਂਟ ਰਹਿੰਦੇ ਨੇ। ਉਹਨਾਂ ਦਾ ਸਟਰਕਚਰ ਇਸ ਤਰੀਕੇ ਦਾ ਹੁੰਦਾ ਹੈ ਵੀ ਜੇ ਤੁਸੀਂ ਉਸਨੂੰ ਮੁੱਠੀ ਵਿੱਚ ਬੰਦ ਕਰਕੇ ਮੁੱਠੀ ਨੂੰ ਖੋਲੋਗੇ ਤਾਂ ਉਹ ਮਿੱਟੀ ਦੁਬਾਰਾ ਉਸ ਆਪਣੀ ਜਗ੍ਹਾ ਦੇ ਉੱਪਰ ਵਾਪਸ ਖਿਲਰ ਜਾਏਗੀ, ਉਹ ਉੱਥੇ ਚਿਪਕ ਕੇ ਨਹੀਂ ਰਹਿੰਦੀ। ਦੈਟ ਇਜ਼ ਕੋਹੈਸ਼ਨਲੈਸ ਸੋਇਲ ਐਂਡ ਦੇयर ਇਜ਼ ਨੋ ਕੋਹੈਸ਼ਨ ਔਰ ਕੋਹੈਸਿਵ ਫੋਰਸਿਸ ਐਕਟਿੰਗ ਬਿਟਵੀਨ ਦ ਪਾਰਟੀਕਲਸ ਟੂ ਬਾਈਂਡ them ਟੂਗੇਦਰ। ਇਹਨਾਂ ਨੂੰ ਬਾਈਂਡ ਕਰਨ ਵਾਸਤੇ, ਦੋ ਪਾਰਟੀਕਲਸ ਨੂੰ ਬਾਈਂਡ ਕਰਨ ਵਾਸਤੇ ਇਹੋ ਜਿਹੀ ਕੋਈ ਫੋਰਸਿਸ ਨਹੀਂ ਹੁੰਦੀਆਂ। ਜੇ ਆਪਾਂ ਸਾਈਜ਼ ਦੇ ਪੱਖੋਂ ਇਹਨਾਂ ਦੀ ਡੈਫੀਨੇਸ਼ਨ ਕਰਨੀ ਹੋਵੇ ਤਾਂ ਜੇ ਕਿਸੇ ਵੀ ਸੋਇਲ ਸੈਂਪਲ ਦੇ ਵਿੱਚ 50% ਆਫ ਦਾ ਪਾਰਟੀਕਲਸ ਜਿਹੜੇ ਹੈਗੇ ਨੇ ਉਹ 75 ਮਾਈਕਰੋਨ IS ਸੀਵ ਦੇ ਵਿੱਚੋਂ ਪਾਸ ਨਹੀਂ ਹੁੰਦੇ ਤਾਂ ਉਹ ਕੋਰਸ ਗ੍ਰੇਨ ਸੋਇਲ ਕਿਹਾ ਜਾਊਗਾ ਉਸਨੂੰ। ਮੈਂ ਦੁਬਾਰਾ ਰਿਪੀਟ ਕਰ ਦਿੰਦਾ ਕਿ 75 ਮਾਈਕਰੋਨ ਦੀ ਆਪਾਂ ਸੀਵ ਲੈਣੀ ਹੈ, ਇੱਕ ਛਾਨਣੀ ਲੈਣੀ ਹੈ। ਉਸ ਛਾਨਣੀ ਦੇ ਵਿੱਚ ਆਪਾਂ ਸਾਰੇ ਦਾ ਸਾਰਾ ਸੋਇਲ ਸੈਂਪਲ ਜਿਹੜਾ ਹੈਗਾ ਉਸ ਸੋਇਲ ਸੈਂਪਲ ਲੈ ਕੇ ਸੈਂਪਲ ਨੂੰ ਪਾਸ ਕਰਾਵਾਂਗੇ। ਜੇ ਉਹ ਸੈਂਪਲ ਦਾ 50% ਜਿਹੜਾ ਪਾਰਟੀਕਲਸ ਹੈਗੇ ਨੇ ਉਹ ਪਾਸ ਨਹੀਂ ਹੁੰਦੇ ਉਸ 75 ਮਾਈਕਰੋਨ ਦੇ ਵਿੱਚੋਂ ਦੀ, ਤਾਂ ਉਹ ਕੀ ਹੈ ਕੋਰਸ ਗ੍ਰੇਨ ਸੋਇਲ। ਤਾਂ ਕੋਰਸ ਗ੍ਰੇਨ ਸੋਇਲ ਨੂੰ ਆਪਾਂ ਕਿੱਥੇ ਯੂਜ਼ ਕਰ ਸਕਦੇ ਹਾਂ। ਇਟ ਇਜ਼ ਅ ਐਕਸਲੈਂਟ ਫਾਊਂਡੇਸ਼ਨ ਮਟੀਰੀਅਲ। ਫਾਊਂਡੇਸ਼ਨ ਦੇ ਵਿੱਚ ਇਸ ਨੂੰ ਆਪਾਂ ਬਹੁਤ ਵਧੀਆ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ। ਐਮਬੈਂਕਮੈਂਟ ਦੇ ਵਿੱਚ ਇਸ ਨੂੰ ਯੂਜ਼ ਕੀਤਾ ਜਾ ਸਕਦਾ ਹੈ, ਠੀਕ ਹੈ। ਇੱਕ ਬੈਸਟ ਬੈਕਫਿਲ ਮਟੀਰੀਅਲ ਫॉर ਰਿਟੇਨਿੰਗ ਵਾਲਸ ਦੇ ਬੈਕਫਿਲ ਲਈ ਵੀ ਇਸ ਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਨੈਕਸਟ ਇਜ਼ ਫਾਈਨ ਗ੍ਰੇਨ ਸੋਇਲ। ਫਾਈਨ ਗ੍ਰੇਨ ਸੋਇਲ ਕੀ ਹੈ? ਦ ਸੋਇਲ ਵਿਚ ਕੰਸਿਸਟ ਆਫ ਫਾਈਨਰ ਸਾਈਜ਼ ਆਫ ਪਾਰਟੀਕਲਸ ਔਰ ਫਾਈਨ ਗ੍ਰੇਨਸ ਇਜ਼ ਟਰਮਡ ਐਜ਼ ਫਾਈਨ ਗ੍ਰੇਨ ਸੋਇਲ। ਬਹੁਤ ਛੋਟੇ ਪਾਰਟੀਕਲਸ, ਫਾਈਨ ਦਾ ਮਤਲਬ ਬਹੁਤ ਹੀ ਛੋਟੇ ਪਾਰਟੀਕਲਸ, ਉਹਨਾਂ ਨੂੰ ਆਪਾਂ ਫਾਈਨ ਗ੍ਰੇਨ ਸੋਇਲ ਪਾਰਟੀਕਲਸ ਕਹਿੰਦੇ। ਇਟ ਇਜ਼ ਆਲਸੋ ਨੋਨ ਐਜ਼ ਕੋਹੈਸਿਵ ਪਾਰਟੀਕਲਸ। ਕੋਹੈਸਿਵ ਹੁੰਦੇ ਨੇ, ਇਹ ਆਪਸ ਦੇ ਵਿੱਚ ਚਿਪਕ ਜਾਂਦੇ ਨੇ, ਤਾਂ ਚਿਪਕਣ ਵਾਲੀ ਪ੍ਰੋਪਰਟੀ ਸ਼ੋ ਕਰਦੇ ਨੇ, ਤਾਂ ਇਹ ਫਾਈਨ ਗ੍ਰੇਨ ਬਣਦੇ ਨੇ। ਇਹਦੀ ਡੈਫੀਨੇਸ਼ਨ ਜੇ ਆਪਾਂ ਟੈਕਨੀਕਲੀ ਦੇਖਿਆ ਜਾਵੇ ਤਾਂ ਜੇ 50% ਆਫ ਦ ਸੈਂਪਲ 75 ਮਾਈਕਰੋਨ ਦੀ ਛਾਨਣੀ ਦੇ ਵਿੱਚੋਂ ਸੀਵ ਦੇ ਵਿੱਚੋਂ ਪਾਸ ਕਰ ਜਾਂਦਾ ਹੈ, ਮੋਰ ਦੈਨ 50% ਪਾਸ ਕਰ ਜਾਂਦਾ ਹੈ, ਤਾਂ ਉਹ ਫਾਈਨ ਗ੍ਰੇਨ ਸੋਇਲ ਕਹਿਲਾਇਆ ਜਾਊਗਾ। ਨੈਕਸਟ ਇਜ਼ ਆਰਗੈਨਿਕ ਸੋਇਲ। ਆਰਗੈਨਿਕ ਸੋਇਲ ਕੀ ਹੈ?
द ਸੋਇਲ ਵਿੱਚ ਕੰਟੇਨਸ ਅ ਲਾਰਜ ਪਰਸੈਂਟੇਜ ਆਫ ਆਰਗੈਨਿਕ ਮੈਟਰ, ਪੱਤੇ ਆ ਗਏ, ਹੋਰ ਇਸੇ ਅਲੱਗ ਤਰ੍ਹਾਂ ਦੇ ਡੈਡ ਮੈਟਰ ਹੋ ਗਏ ਜੋ ਕਿ ਮਿੱਟੀ ਦੇ ਵਿੱਚ ਮਿਕਸ ਹੋ ਕੇ ਇੱਕ ਆਰਗੈਨਿਕ ਸੋਇਲ ਕ੍ਰੀਏਟ ਕਰ ਦਿੰਦੇ ਹਨ। ਠੀਕ ਹੈ, ਆਰਗੈਨਿਕ ਮੈਟਰ ਦੇ ਵਿੱਚ ਜਦੋਂ ਕਿਸੇ ਵੀ ਮਿੱਟੀ ਦੇ ਵਿੱਚ ਆਰਗੈਨਿਕ ਮੈਟਰ ਦੀ ਭਰਮਾਰ ਨਾਰਮਲ ਨਾਲੋਂ ਜ਼ਿਆਦਾ ਹੋ ਜਾਵੇ ਉਸ ਨੂੰ ਆਪਾਂ ਆਰਗੈਨਿਕ ਸੋਇਲ ਕਹਿ ਦਿੰਦੇ ਹਾਂ। ਆਰਗੈਨਿਕ ਸੋਇਲ ਨੂੰ ਕੰਸਟਰਕਸ਼ਨ ਪਰਪਸ ਲਈ ਉਹਦੇ ਲਈ ਵਧੀਆ ਨਹੀਂ ਮੰਨਿਆ ਜਾਂਦਾ ਹੈ, ਤਾਂ ਇਸ ਨੂੰ ਆਪਾਂ ਐਜ਼ ਪਰ ਕੰਸਟਰਕਸ਼ਨ ਜ਼ਿਆਦਾ ਯੂਜ਼ ਨਹੀਂ ਕਰ ਸਕਦੇ ਹੈਗੇ, ਬਿਕੋਜ਼ ਇਹਦੇ ਵਿੱਚ ਆਰਗੈਨਿਕ ਸੋਇਲ ਆਰਗੈਨਿਕ ਮੈਟਰ ਐਡਿਡ ਹੁੰਦਾ ਹੈ ਜੋ ਕਿ ਅੱਗੇ ਜਾ ਕੇ ਆਪਾਂ ਨੂੰ ਕੰਸਟਰਕਸ਼ਨ ਵਿੱਚ ਦਿੱਕਤ ਦੇ ਸਕਦਾ ਹੈ। ਸੋ ਇਹਦੀਆਂ ਪ੍ਰੋਪਰਟੀਜ਼ ਕੀ ਹੈ, ਇਹਦੀ ਸ਼ੀਅਰ ਸਟਰੈਂਥ ਬਹੁਤ ਘੱਟ ਹੁੰਦੀ ਹੈ, ਸਟਰੈਂਥ ਬਹੁਤ ਘੱਟ ਹੈ। ਇਹ ਪਰਮੇਬਲ ਹੁੰਦਾ ਹੈ, ਪਾਣੀ ਇਸ ਦੇ ਵਿੱਚੋਂ ਬਹੁਤ ਜਲਦੀ ਫਲੋ ਕਰ ਜਾਂਦਾ ਹੈ। ਕੰਪਰੈਸਿਬਲ ਬਹੁਤ ਜ਼ਿਆਦਾ ਹੈ, ਜੇ ਤੁਸੀਂ ਕੰਪਰੈਸ ਕਰਨ ਦੇ ਉੱਪਰ ਆਓਗੇ ਤਾਂ ਇਹ ਬਹੁਤ ਜ਼ਿਆਦਾ ਕੰਪਰੈਸ ਹੋ ਜਾਂਦਾ ਹੈ। ਅਤੇ ਪੂਰੈਸਟ ਫਾਊਂਡੇਸ਼ਨ ਮਟੀਰੀਅਲ ਹੈ, ਇਸ ਨੂੰ ਫਾਊਂਡੇਸ਼ਨ ਮਟੀਰੀਅਲ ਦੇ ਵਿੱਚ ਵੀ ਆਪਾਂ ਯੂਜ਼ ਨਹੀਂ ਕਰ ਸਕਦੇ, ਤਾਂ ਪੂਰੈਸਟ ਫਾਊਂਡੇਸ਼ਨ ਮਟੀਰੀਅਲ ਵੀ ਇਸ ਨੂੰ ਕਿਹਾ ਜਾਂਦਾ ਹੈ। ਸੋ ਦੀਸ ਆਰ ਦ ਕਲਾਸੀਫਿਕੇਸ਼ਨ ਆਫ ਸੋਇਲਸ। ਸੋ ਫਾਊਂਡੇਸ਼ਨ, ਸੋਇਲ ਐਂਡ ਫਾਊਂਡੇਸ਼ਨ ਇੰਜੀਨੀਅਰਿੰਗ ਸਬਜੈਕਟ ਦੇ ਇੰਟਰੋਡਕਸ਼ਨ ਦੇ ਵਿੱਚ ਸਿਰਫ ਇੰਨਾ ਹੀ ਹੈ, ਅਤੇ ਇਸ ਤੋਂ ਬਾਅਦ ਜਿਹੜੇ ਨੈਕਸਟ ਟੌਪਿਕਸ ਹੈਗੇ ਨੇ ਆਪਾਂ ਨੈਕਸਟ ਵੀਡੀਓਜ਼ ਦੇ ਵਿੱਚ ਇਸੇ ਤਰੀਕੇ ਹੀ ਕਵਰ ਕਰਦੇ ਰਹਾਂਗੇ। ਸੋ ਥੈਂਕ ਯੂ ਵੈਰੀ ਮਚ।